ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ 5ਵੇਂ ਦੇ 26ਵੇਂ ਸਲੋਕ ਅਤੇ 26ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਵਤਨ ਕਰੋ ਤੁਮ ਅਨੇਕ ਬੇਦ, ਰਹਿ ਨ ਪਾਵੋ ਮੀਤ। ਜੀਵਤ ਰਹੋ ਹਰ ਹਰ ਭਜੋ, ਨਾਨਕ ਨਾਮ ਪ੍ਰੀਤ ਪੌੜੀ। ਵਤਨ ਕਰੋ ਤੁਮ ਅਨੇਕ ਬੇਦ, ਰਹਿਨ ਨ ਪਾਵੋ ਮੀਤ। ਜੀਵਤ ਰਹੋ ਹਰ ਹਰ ਭਜੋ, ਨਾਨਕ ਨਾਮ ਪ੍ਰੀਤ ਪੌੜੀ। ਵੱਵਾ ਵਾਣੋ ਦ੍ਰਿੜ ਸਹੀ, ਬਿਨਸ ਜਾਤ ਏਦ ਹੇਤ। ਗਣਤੀ ਗਣਿਓ ਨਾ ਗਣ ਸਕਿਓ, ਊਠ ਸਧਾਰੇ ਕੇਤ। ਵੇ ਪੇਖਿਓ ਸੋ ਬਿਨਸਤਿਓ, ਤਾਕੋ ਕਰੀਏ ਸੰਗ। ਵਾਣੋ ਇਆਂ ਬਿਦ ਸਹੀ, ਚਿਤ ਝੂਠਿਓ ਮਾਇਆ ਰੰਗ। ਵਾਣਤ ਸੋਈ ਸੰਤ ਸੋਈ, ਭਰਮ ਕੇ ਚਿਤ ਕੀਚਤ ਭਿੰਨ। ਅੰਧਕੂਪ ਤੇ ਤੈ ਕੱਢੇ, ਜੇ ਹੋਵੇ ਸੋ ਪ੍ਰਸੰਨ। ਵਾਕੇ ਹੱਥ ਸਮਰੱਥ ਤੇ, ਕਾਰਨ ਕਰਨੇ ਜੋਗ। ਨਾਨਕ ਤੈਂ ਉਸਤਤ ਕਰਿਓ, ਵਾਹ ਕੀਓ ਸੰਜੋਗ। ਵਾਕੇ ਹਾਥ ਸਮਰੱਥ ਤੇ, ਕਾਰਨ ਕਰਨੇ ਜੋਗ। ਨਾਨਕ ਤੈਂ ਉਸਤਤ ਕਰਿਓ, ਵਾਹ ਕੀਓ ਸੰਜੋਗ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖੋ ਸਭ ਲੋਕ ਟੈਂਪਰੇਰੀ ਭਾਵ ਥੋੜ੍ਹੇ ਸਮੇਂ ਵਿੱਚ ਮਿਲੀ ਹੋਈ ਮੋਹ ਮਾਇਆ ਅਤੇ ਮਾਇਆਵੀ ਮੋਹ 'ਚ ਗ੍ਰਸਤੇ ਹੋਏ ਹਨ। ਗੁਰੂ ਜੀ ਕਹਿੰਦੇ ਹਨ ਇਹ ਤਾਂ ਇੱਕ ਦਿਨ ਨਾਸ ਹੋ ਜਾਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰੋ ਜੀ, ਉਸਦੀ ਉਸਤਤ ਕਰੋ ਜੀ, ਉਸਦੀ ਵਾਹ ਵਾਹ ਕਰਕੇ ਸ਼ੁਕਰੀਆ ਕਰੋ ਜੀ, ਜਿਸ ਨੇ ਇਹ ਮਨੁੱਖਾ ਜਨਮ ਦੇਣ ਦਾ ਸੰਯੋਗ ਕੀਤਾ ਹੈ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖੋ ਤੂੰ ਭਾਵੇਂ ਅਨੇਕ ਤਰ੍ਹਾਂ ਨਾਲ ਆਪਣੇ ਯਤਨ ਕਰ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਸੰਸਾਰ ਵਿੱਚ ਸਦਾ ਲਈ ਕਿਸੇ ਨੇ ਨਹੀਂ ਰਹਿਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਪ੍ਰੇਮ ਪਾ ਕੇ ਅਤੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰਕੇ ਤੁਸੀਂ ਆਤਮਿਕ ਤੌਰ 'ਤੇ ਜਿਉਂਦੇ ਰਹੋਗੇ ਜੀ। ਭਾਵ ਤੁਹਾਡਾ ਸਰੀਰ ਤਾਂ ਨਸ਼ਟ ਹੋ ਜਾਣਾ ਹੈ ਜੀ, ਪਰ ਤੁਹਾਡਾ ਗੁਰਸ਼ਬਦ ਗੁਰਬਾਣੀ ਨਾਮ ਤੁਹਾਡੇ ਨਾਲ ਜਾਏਗਾ ਜੀ, ਤੁਹਾਡੀ ਆਤਮਾ ਦੇ ਵਿੱਚ ਹੀ ਵਸ ਜਾਏਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਵੰਵੇਂ ਅੱਖਰ ਅਨੁਸਾਰ ਤੁਸੀਂ ਦ੍ਰਿੜਤਾ ਪੂਰਵਕ ਸਹੀ ਜਾਣ ਲਵੋ ਜੀ ਕਿ ਇਹ ਮਾਇਆਵੀ ਮੋਹ ਇੱਕ ਦਿਨ ਨਸ਼ਟ ਹੋ ਜਾਣੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਇਹਨਾਂ ਦੀ ਗਿਣਤੀ ਕਰੀਏ ਤਾਂ ਇਹ ਇੰਨੇ ਅਨੇਕ ਹਨ ਜੀ, ਅਣਗਿਣਤ ਹਨ ਜੀ, ਕਿ ਗਿਣੇ ਨਹੀਂ ਜਾ ਸਕਦੇ ਜੀ ਕਿ ਕਿੰਨੇ ਲੋਕ, ਸਾਰਾ ਸੰਸਾਰ ਇਸ ਮਾਇਆਵੀ ਮੋਹ ਨਸ਼ਟ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆਵੀ ਮੌਤ ਵਿੱਚ ਇਸ ਸੰਸਾਰ ਤੋਂ, ਮੋਹ ਵਿੱਚੋਂ, ਇਸ ਸੰਸਾਰ ਤੋਂ ਕਿਤਨੇ ਹੀ ਉੱਠ ਕੇ ਚਲੇ ਗਏ ਹਨ ਜੀ, ਅਤੇ ਕਿਤਨੇ ਹੀ ਚਲੇ ਜਾਣੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਜੋ ਮੈਂ ਵੇਖਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਬਿਨਸਣਹਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਦੱਸੋ ਕਿਸ ਦੀ ਸੰਗਤ ਕੀਤੀ ਜਾਏ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਇਹ ਬਿਧ ਤਰੀਕੇ ਨੂੰ ਆਪਣੇ ਚਿੱਤ ਵਿੱਚ ਚੰਗੀ ਤਰ੍ਹਾਂ ਧਾਰ ਲਵੋ ਜੀ, ਕਿ ਮਾਇਆ ਦਾ ਰੰਗ ਝੂਠਾ ਹੈ ਜੀ, ਭਾਵ ਥੋੜ੍ਹੀ ਦੇਰ ਲਈ ਹੈ ਜੀ, ਅਤੇ ਇਹ ਇੱਕ ਦਿਨ ਨਸ਼ਟ ਹੋ ਜਾਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹੀ ਗੁਰਮੁਖ ਰੂਪ ਸੰਤ ਇਹਨਾਂ ਗੱਲਾਂ ਨੂੰ ਠੀਕ ਸਮਝ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਨੂੰ ਪਰਮੇਸ਼ਰ ਨੇ ਇਹਨਾਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੋ ਗੁਰਮੁਖ ਲੱਗੇ ਹਨ, ਪਰਮੇਸ਼ਰ ਨਾਲ ਲਿਵ ਲਗਾਈ ਹੈ, ਪਰਮੇਸ਼ਰ ਫਿਰ ਇਹਨਾਂ ਭਰਮਾਂ ਤੋਂ ਉਹਨਾਂ ਨੂੰ ਅਲੱਗ ਵੱਖ ਕਰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਭਰਮਾਂ ਦੇ ਅੰਨੇ ਖੂਹ ਵਿੱਚ ਆਪ ਪਰਮੇਸ਼ਰ ਉਹਨਾਂ ਨੂੰ ਬਾਹਰ ਕੱਢ ਦਿੰਦਾ ਹੈ ਜੀ, ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਆਪਣੇ ਚਿੱਤ ਵਿੱਚ ਵਸਾਉਂਦੇ ਹਨ ਜੀ, ਅਤੇ ਨਾਮ ਦੁਆਰਾ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦੇ ਹਨ ਜੀ। ਫਿਰ ਪਰਮੇਸ਼ਰ ਉਹਨਾਂ 'ਤੇ ਪ੍ਰਸੰਨ ਹੁੰਦਾ ਹੈ ਜੀ, ਅਤੇ ਉਹਨਾਂ ਨੂੰ ਇਸ ਮੋਹ ਮਾਇਆਵੀ ਵਿਕਾਰਾਂ ਤੋਂ ਬਾਹਰ ਕੱਢ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਦੇ ਹੱਥ ਵਿੱਚ ਸਭ ਕੁਛ, ਜਿਸ ਦੇ ਹੱਥ ਵਿੱਚ ਸਭ ਕੁਛ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਹੀ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ ਜੀ, ਅਤੇ ਕਰਨ ਕਰਾਉਣ ਦੇ ਯੋਗ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਂ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਦੀ ਉਸਤਤ ਕਰਦਾ ਹਾਂ ਜੀ, ਗੁਣ ਗਾਉਂਦਾ ਹਾਂ ਜੀ, ਸ਼ੁਕਰੀਆ ਕਰਦਾ ਹਾਂ ਜੀ, ਜਿਸ ਪਰਮੇਸ਼ਰ ਨੇ ਮੈਨੂੰ ਇਹ ਮਨੁੱਖਾ ਜਨਮ ਦੇ ਕੇ ਇਹ ਸੰਜੋਗ ਬਣਾਇਆ ਹੈ ਜੀ, ਕਿ ਮੈਂ ਆਪਣੇ ਅਸਲ ਮੂਲ ਨਾਲ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜ ਸਕਾਂ ਜੀ, ਅਤੇ ਆਪਣੇ ਮੂਲ ਨਾਲ ਜੁੜ ਕੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਪਰਮੇਸ਼ਰ ਨਾਲ ਆਪਣੀ ਲਿਵ ਲਗਾਂ ਜੀ, ਜਿਸ ਨੇ ਇਹ ਸਰੀਰ ਬਖਸ਼ਿਆ ਹੈ ਜੀ, ਜਿਸ ਨੇ ਇਹ ਜੀਵਨ ਮਨੁੱਖਾ ਜੀਵਨ ਬਖਸ਼ਿਆ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ, ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਪ੍ਰੀਤ ਪ੍ਰੇਮ ਪਾਏ ਬਿਨਾਂ ਕੋਈ ਵੀ ਵਾਸਤਵਿਕ ਰੂਪ ਵਿੱਚ ਜਿਉਂਦਾ ਨਹੀਂ ਰਹਿ ਸਕਦਾ ਜੀ। ਭਾਵ ਇਹ ਸਰੀਰ ਨਾਸ਼ਵੰਦ ਹੈ ਜੀ, ਮਿੱਟੀ ਹੈ ਜੀ, ਔਰ ਮਿੱਟੀ ਨਾਲ ਹੀ ਮਿੱਟੀ ਮਿਲ ਜਾਣੀ ਹੈ ਜੀ। ਰਹਿਣਾ ਹੈ ਤਾਂ ਸਿਰ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਰੀਰ ਅਤੇ ਇਸ ਸੰਸਾਰ ਦਾ ਸਭ ਕੁਝ ਨਾਸ਼ਮਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਭਰਮ ਦੇ ਲੋਕੀ ਭਰਮਾਂ ਵਿੱਚ ਸੰਸਾਰਿਕਤਾ ਨਾਲ ਪ੍ਰੇਮ ਕਰਨ ਲੱਗ ਪੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੀ ਮਿਹਰ ਕਿਰਪਾ ਉਹਨਾਂ ਤੇ ਹੁੰਦੀ ਹੈ ਜੀ, ਜੋ ਇਸ ਚੀਜ਼ ਨੂੰ ਸਮਝ ਕੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਜੀ। ਫਿਰ ਪਰਮੇਸ਼ਰ ਹੀ ਉਹਨਾਂ ਨੂੰ ਇਸ ਪਰਮਪੰਚ ਤੋਂ ਖਲਾਸੀ ਦਵਾ ਸਕਦਾ ਹੈ ਜੀ, ਛੁਡਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਆਪਣੇ ਮਾਇਆਵੀ ਬੰਧਨਾਂ ਨੂੰ ਖਤਮ ਕਰਕੇ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਗੁਰਬਾਣੀ ਦੇ ਜਸ ਗਾਨ
ਸਿਮਰਨ ਕਰਨਾ ਚਾਹੀਦਾ ਹੈ ਜੀ। ਜੋ ਪਰਮੇਸ਼ਰ ਸਭ ਕੁਛ ਕਰਨ ਕਰਾਉਣ ਦੇ ਸਮਰੱਥ ਹੈ ਜੀ। ਭਾਵ ਜਿਸ ਪਰਮੇਸ਼ਰ ਕਰਤਾ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਜੀ, ਉਹ ਹੀ ਸਭ ਤੇ ਫਿਰ ਆਪਣੀ ਨਜ਼ਰ ਸਵੱਲੀ ਕਰਦਾ ਹੈ ਜੀ। ਭਾਵ ਉਹਦੀ ਮਿਹਰ ਦਇਆਲ ਹੁੰਦਾ ਹੈ ਜੀ, ਤੇ ਆਪਣੇ ਨਾਲ ਮਿਲਾ ਲੈਂਦਾ ਹੈ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਪਰਮੇਸ਼ਰ ਦੀ ਵਾਕੇ ਹਾਥ ਸਿਮਰਨ ਤੇ ਕਾਰਨ ਕਰਨੇ ਜੋਗ, ਵਾਕੇ ਹਾਥ ਸਮਰੱਥ ਤੇ ਕਾਰਨ ਕਰਨੇ ਜੋਗ, ਨਾਨਕ ਤੇ ਉਸਤਤ ਕਰਿਓ ਵਾਹੂ ਕੀਓ ਸੰਜੋਗ। ਨਾਨਕ ਤੇ ਉਸਤਤ ਕਰਿਓ ਵਾਹੂ ਕੀਓ ਸੰਜੋਗ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।